ਡਾਇਬਟੀਜ਼, ਜਿਸ ਨੂੰ ਕਿ ਆਮ ਤੌਰ ਦੇ ਉੱਤੇ ਅਸੀਂ ਸ਼ੂਗਰ ਰੋਗ ਵੀ ਕਹਿ ਦਿੰਦੇ ਹਾਂ। 90% ਜੋ ਸ਼ੂਗਰ ਦੇ ਮਰੀਜ਼ ਹਨ ਉਹਨਾਂ ਦੇ ਇੱਕੋ ਜਿਹੇ ਹੀ ਸਵਾਲ ਹੁੰਦੇ ਹਨ। ਸਭ ਤੋਂ ਪਹਿਲਾ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਮਿੱਠੇ ਦਾ ਜੋ ਵਰਤੋਂ ਨਹੀਂ ਕਰਦੇ, ਮਿੱਠਾ ਅਸੀਂ ਨਹੀਂ ਖਾਂਦੇ, ਤਾਂ ਫਿਰ ਵੀ ਇੱਕ ਨਾਰਮਲ ਖਾਣੇ ਪੀਣੇ ਤੋਂ ਸਾਡੀ ਸ਼ੂਗਰ ਕਿਉਂ ਵੱਧਦੀ ਹੈ। ਸੋ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜੋ ਨਾਰਮਲ ਸਾਡੀ ਰਸੋਈ ਦਾ ਜੋ ਖਾਣ ਪੀਣ ਹੈ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ। ਜੇਕਰ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਚਾਰਟ ਵੱਲ ਝਾਤੀ ਮਾਰੋਗੇ ਤਾਂ ਤੁਹਾਨੂੰ ਆਸਾਨੀ ਦੇ ਨਾਲ ਪਤਾ ਚੱਲ ਜਾਵੇਗਾ ਕਿ ਤੁਹਾਡੀ ਰਸੋਈ ਦੇ ਵਿੱਚ ਬਣ ਰਹੇ ਖਾਣੇ ਦੇ ਵਿੱਚ ਕਿੰਨੀ ਸ਼ੂਗਰ ਹੈ। ਸੋ ਇਸ ਤੋਂ ਇਲਾਵਾ ਜੋ ਦੂਸਰਾ ਸਵਾਲ ਆਮ ਹੀ ਜੋ ਸ਼ੂਗਰ ਦੇ ਮਰੀਜ਼ਾਂ ਦਾ ਹੁੰਦਾ ਹੈ ਕਿ ਜੇਕਰ ਅਸੀਂ ਨਾਰਮਲ ਘਰ ਦਾ ਖਾਣਾ ਨਾ ਖਾਈਏ ਤਾਂ ਫਿਰ ਕੀ ਖਾਧਾ ਜਾਵੇ। ਸੋ ਦੋਸਤੋ, ਇੱਥੇ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਹਰ ਇੱਕ ਖਾਣੇ ਪੀਣੇ ਦਾ ਇੱਕ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਸ਼ੂਗਰ ਦਾ ਨੰਬਰ ਬੋਲਦੇ ਹਾਂ। ਜੇਕਰ ਅਸੀਂ ਇਹ ਸ਼ੂਗਰ ਦੇ ਨੰਬਰ ਵੱਲ ਵੇਖੀਏ ਤੇ 50 ਤੋਂ ਲੈ ਕੇ 70 ਦੇ ਵਿੱਚ ਜੋ ਚੀਜ਼ਾਂ ਆਉਂਦੀਆਂ ਨੇ ਉਹ ਨਾਰਮਲ ਗਿਣੀਆਂ ਜਾਂਦੀਆਂ ਨੇ। 70 ਤੋਂ ਉੱਪਰ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ ਜਿਨ੍ਹਾਂ ਦਾ ਨੰਬਰ ਆਉਂਦਾ ਉਹ ਸ਼ੂਗਰ ਦੇ ਵਾਸਤੇ, ਸ਼ੂਗਰ ਦੇ ਰੋਗੀ ਵਾਸਤੇ ਮਾੜੀਆਂ ਗਿਣੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਸ਼ੂਗਰ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਆਮ ਤੌਰ ਦੇ ਉੱਤੇ ਅਸੀਂ ਘਰ ਦੇ ਵਿੱਚ ਕਣਕ ਦਾ ਆਟਾ ਖਾਂਦੇ ਹਾਂ ਤੇ ਕਣਕ ਦੇ ਆਟੇ ਦਾ ਜੋ ਗਲਾਈਸੈਮਿਕ ਇੰਡੈਕਸ ਹੈ ਉਹ 70 ਤੋਂ ਲੈ ਕੇ 75 ਹੈ, ਯਾਨੀ ਕਿ ਡਾਇਬਟੀਜ਼ ਰੋਗੀ ਕਣਕ ਦਾ ਜੋ ਆਟਾ ਹੈ ਉਹਦੇ ਵਾਸਤੇ ਮਾੜਾ ਹੈ। ਜੌਂ ਦਾ ਜੋ ਗਲਾਈਸੈਮਿਕ ਇੰਡੈਕਸ ਹੁੰਦਾ ਹੈ 28 ਹੁੰਦਾ ਹੈ। ਇਸ ਤੋਂ ਇਲਾਵਾ ਜੋ ਸੋਇਆਬੀਨ ਹੈ, ਸੋਇਆਬੀਨ ਦਾ ਜੋ ਗਲਾਈਸੈਮਿਕ ਇੰਡੈਕਸ ਹੈ ਉਹ 16 ਹੁੰਦਾ ਹੈ। ਬਹੁਤ ਸਾਰੇ ਅਨਾਜ ਜਿਵੇਂ ਕੰਗਣੀ, ਕੋਦਰਾ, ਰਾਗੀ, ਬਾਜਰਾ, ਜੋ ਇਹੋ ਜਿਹੇ ਜਿਹੜੇ ਅਨਾਜ ਨੇ, ਕਿਸੇ ਦਾ 45, ਕਿਸੇ ਦਾ 40, ਕਿਸੇ ਦਾ 55 ਜੋ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਸੋ ਇਸੇ ਕਰਕੇ ਹੀ ਜੋ ਮਲਟੀਗ੍ਰੇਨ ਆਟਾ ਆਮ ਤੌਰ ਦੇ ਉੱਤੇ ਜੋ ਸ਼ੂਗਰ ਦੇ ਉੱਪਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਉਸ ਦੀ ਵਜ੍ਹਾ ਇਹ ਹੈ ਅਸੀਂ ਵੀ ਜਦੋਂ ਆਯੁਰਵੈਦਿਕ ਦਵਾਈ ਦਿੰਦੇ ਹਾਂ ਤੇ ਨਾਲ ਦੀ ਨਾਲ ਅਸੀਂ ਡਾਈਟ ਚਾਰਟ ਬਣਾ ਕੇ ਦਿੰਦੇ ਹਾਂ, ਜਿਸ ਦੇ ਵਿੱਚ ਅਸੀਂ ਕੁਝ ਆਟੇ ਮਿਲਾਉਣ ਦੀ ਜੋ ਸਲਾਹ ਦਿੰਦੇ ਹਾਂ, ਜਿਸ ਦਾ ਕਿ ਜੋ ਗਲਾਈਸੈਮਿਕ ਇੰਡੈਕਸ ਆ ਉਹ 50-55 ਦੇ ਲਗਭਗ ਆ ਜਾਂਦਾ, ਮਿਲਾ ਕੇ ਆਟਾ ਮਿਲਾ ਕੇ 50-55 ਦੇ ਲਾਗੇ ਉਸ ਦਾ ਜੋ ਸ਼ੂਗਰ ਦਾ ਨੰਬਰ ਇੱਕ ਤਰ੍ਹਾਂ ਦੇ ਨਾਲ ਪੰਜਾਬੀ ਚ ਕਹੋ ਆ ਜਾਂਦਾ ਹੈ, ਜੋ ਕਿ ਇੱਕ ਸ਼ੂਗਰ ਦੇ ਰੋਗੀ ਦੇ ਵਾਸਤੇ ਉਹ ਖਾਣਾ ਬੈਨੀਫਿਟ ਕਰਦਾ, ਖਾਣਾ ਉਹ ਉਹਨੂੰ ਬੈਨੀਫਿਟ ਕਰਨਾ ਸ਼ੁਰੂ ਕਰ ਦਿੰਦਾ। ਸੋ ਇਸ ਤਰੀਕੇ ਦੇ ਨਾਲ ਜੋ ਖਾਣਾ ਹੈ ਉਸ ਨੂੰ ਬਦਲਿਆ ਜਾ ਸਕਦਾ ਹੈ। ਜਿਵੇਂ ਰਸੋਈ ਦੇ ਵਿੱਚ ਅਸੀਂ ਸਬਜ਼ੀਆਂ ਦੀ ਜੇ ਗੱਲ ਕਰੀਏ ਤਾਂ ਜੋ ਬੈਂਗਣ ਹੈ ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੈ, ਖੀਰੇ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੈ। ਸੋ ਅਸੀਂ ਜੋ ਡਾਈਟ ਚਾਰਟ ਦਿੰਦੇ ਹਾਂ ਬੇਸਿਕਲੀ ਅਸੀਂ ਇੱਕ ਪਹਿਚਾਣ ਕਰਾਉਂਦੇ ਹਾਂ ਤੁਹਾਡੀ ਰਸੋਈ ਦੇ ਵਿੱਚ ਪਏ ਹੋਏ ਜੋ ਤੁਹਾਡੇ ਖਾਣੇ ਹਨ, ਕਿਹੜੇ ਖਾਣੇ ਤੁਸੀਂ ਸ਼ੂਗਰ ਦੇ ਰੋਗ ਉੱਤੇ ਖਾ ਸਕਦੇ ਹੋ ਤੇ ਕਿਹੜੇ ਖਾਣੇ ਤੁਹਾਡੇ ਵਾਸਤੇ ਚੰਗੇ ਹਨ। ਇਹ ਡਾਈਟ ਚਾਰਟ ਜੋ ਹੈ ਅਸੀਂ ਸ਼ੂਗਰ ਦੀ ਦਵਾਈ ਦੇ ਨਾਲ ਬਣਾ ਕੇ ਦਿੰਦੇ ਹਾਂ। ਇਸ ਤੋਂ ਇਲਾਵਾ ਡਾਇਬਟੀਜ਼ ਦੇ ਮਰੀਜ਼ਾਂ ਦਾ ਇੱਕ ਬਹੁਤ ਹੀ ਮੁੱਖ ਸਵਾਲ ਹੁੰਦਾ ਹੈ ਕਿ ਲੱਤਾਂ ਦੇ ਵਿੱਚ ਦਰਦ ਹੈ, ਪੈਰਾਂ ਦੇ ਵਿੱਚ ਸੁੰਨਪਣ ਹੈ, ਬੋਡੀ ਦੇ ਵਿੱਚ ਕਮਜ਼ੋਰੀ ਹੈ, ਸੈਕਸ ਦੀ ਵੀ ਵੀਕਨੈਸ ਹੈ, ਸਰੀਰ ਦੇ ਵਿੱਚ ਵੀ ਪੂਰੀ ਟੋਟਲੀ ਵੀਕਨੈਸ ਆ ਚੁੱਕੀ ਹੈ। ਸੋ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜੋ ਇਹ ਸਾਰੀਆਂ ਕਮਜ਼ੋਰੀਆਂ ਹਨ ਜਾਂ ਫਿਰ ਪੈਰਾਂ ਦੇ ਵਿੱਚ ਸੇਕ ਪੈਣ ਦੀ ਗੱਲ ਹੈ, ਇਹ ਤੁਹਾਡੇ ਗੰਦੇ ਬਲੱਡ ਦੇ ਕਰਕੇ ਹਨ, ਕਿਉਂਕਿ ਵਾਧੂ ਜੋ ਸ਼ੂਗਰ ਹੈ ਤੁਹਾਡੇ ਬਲੱਡ ਦੇ ਵਿੱਚ ਜਾ ਰਹੀ ਹੈ। ਸੋ ਇਸ ਕਰਕੇ ਜੋ ਸ਼ੂਗਰ ਹੈ ਤੁਹਾਡੇ ਬਲੱਡ ਨੂੰ ਇੱਕ ਤਰ੍ਹਾਂ ਦੇ ਨਾਲ ਗੰਦਾ ਕਰ ਰਹੀ ਹੈ, ਦੂਸ਼ਿਤ ਕਰ ਰਹੀ ਹੈ। ਸੋ ਜੋ ਆਯੁਰਵੈਦਿਕ ਦਵਾਈ ਅਸੀਂ ਜੋ ਦਿੰਦੇ ਹਾਂ ਉਹ ਤੁਹਾਡੇ ਬਲੱਡ ਨੂੰ ਸਾਫ਼ ਕਰਦੀ ਹੈ, ਉਹਦੇ ਵਿੱਚ ਬਲੱਡ ਕਲੀਨਜ਼ਰ ਵੀ ਨੇ, ਉਹਦੇ ਵਿੱਚ ਐਂਟੀਆਕਸੀਡੈਂਟ ਵੀ ਨੇ। ਤੋ ਜਿਵੇਂ ਜਿਵੇਂ ਤੁਹਾਡਾ ਬਲੱਡ ਇਸ ਦਵਾਈ ਦੇ ਨਾਲ ਸਾਫ਼ ਹੁੰਦਾ ਉਵੇਂ ਉਵੇਂ ਤੁਹਾਡੀਆਂ ਜਿਹੜੀਆਂ ਇਹ ਬਿਮਾਰੀਆਂ ਨੇ, ਜਿਵੇਂ ਕਿ ਪੈਰਾਂ ਦੇ ਵਿੱਚ ਸੇਕ ਪੈਣਾ ਜਾਂ ਫਿਰ ਲੱਤਾਂ ਵਿੱਚ ਦਰਦ ਹੋਣਾ ਜਾਂ ਫਿਰ ਸੈਕਸ ਦੀ ਕਮਜ਼ੋਰੀ, ਇਹ ਵੀ ਜਿਹੜੀਆਂ ਸਮੱਸਿਆਵਾਂ ਨੇ ਨਾਲ ਦੀ ਨਾਲ ਤੁਹਾਡੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ। ਸੋ ਦੋਸਤੋ, ਕੁਝ ਇਹੋ ਜਿਹੇ ਮਰੀਜ਼ ਜਿਨ੍ਹਾਂ ਨੇ ਸਾਡੇ ਕੋਲ ਆਯੁਰਵੈਦਿਕ ਦਵਾਈ ਪ੍ਰਾਪਤ ਕੀਤੀ, ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣੋ ਕਿ ਉਹਨਾਂ ਦਾ ਕੀ ਕਹਿਣਾ ਹੈ। ਤੁਸੀਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਸ਼ੂਗਰ ਦੀ ਦਵਾਈ ਖਾਂਦੇ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕਿੰਨਾ ਫਰਕ ਹੈ? ਸਰ ਮੈਨੂੰ ਲਗਭਗ ਹੋ ਗਏ ਨੇ ਜੀ 10 ਕੁ ਦਿਨ ਹੋਏ ਨੇ ਜੀ। ਅੱਛਾ, ਤੁਹਾਨੂੰ 10 ਦਿਨ ਦੀ ਵਿੱਚ ਜਿਹੜੀ ਆਯੁਰਵੈਦਿਕ ਦਵਾਈ ਦਾ ਜਿਹੜਾ 10 ਦਿਨ ਦੇ ਵਿੱਚ ਕਿੰਨਾ ਕੁ ਫਰਕ ਪਿਆ ਹੈ? ਨਹੀਂ ਸਰ, ਫਰਕ ਮੈਨੂੰ ਲੱਗ ਰਿਹਾ, ਦੇਖੋ ਪਹਿਲਾਂ ਜਿੱਦਾਂ ਬਾਥਰੂਮ ਕਰਨ ਉੱਠਦੇ, ਹੁਣ ਮੈਨੂੰ ਰਾਤ ਨੂੰ ਬਾਥਰੂਮ ਨਹੀਂ ਆਉਂਦਾ ਜੀ। ਹਾਂਜੀ, ਇਦਾਂ ਆ, ਮੇਰੇ ਰਿਲੇਟਿਵ ਨੇ, ਉਹਨਾਂ ਨੂੰ ਹੀ ਨਾ ਦਵਾਈ ਚਾਹੀਦੀ ਆ। ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਦੱਸ ਦਿਓ, ਉਹਨਾਂ ਨੂੰ ਸਮਝਾ ਦਿਓ। ਤੁਹਾਨੂੰ ਤੁਸੀਂ ਦੱਸੋ ਜੀ ਪਹਿਲਾਂ ਕੀ ਫਰਕ ਹੈ ਤੁਹਾਨੂੰ? ਮੈਨੂੰ ਤਾਂ ਫਰਕ ਹੈ ਜੀ। ਕਿੰਨੀ ਸ਼ੂਗਰ ਤੁਹਾਡੀ ਪਹਿਲਾਂ ਰਹਿੰਦੀ ਸੀਗੀ ਜੀ? ਪਹਿਲਾਂ ਮੇਰੀ ਖਾਲੀ ਪੇਟ ਹੀ 200 ਤੋਂ ਮਤਲਬ 180 280 ਤੱਕ ਪਹੁੰਚ ਜਾਂਦੀ ਸੀ। ਠੀਕ ਹੈ ਜੀ। ਤੇ ਹੁਣ ਤੁਹਾਡੀ ਜਿਹੜੀ ਆਯੁਰਵੈਦਿਕ ਦਵਾਈ ਖਾਣ ਦੇ ਨਾਲ ਹਾਂ, ਜਦੋਂ ਦੀ ਮੈਂ ਖਾ ਰਿਹਾ ਰੋਟੀ ਪਾਣੀ ਖਾ ਕੇ ਵੀ ਨਾ ਮੇਰੀ ਜਿਹੜੀ 170 180। ਅੱਛਾ ਜੀ, 170 80 ਰਹਿੰਦੀ ਹੈ ਜੀ ਰੋਟੀ ਖਾ ਕੇ ਵੀ? ਹਾਂਜੀ, ਘਟ ਜਾਂਦੀ ਵੈਸੇ, ਘਟ ਵੀ ਹੋ ਜਾਂਦੀ ਹੈ, ਮਤਲਬ ਇੰਨੀ ਕੁ ਰਹਿੰਦੀ ਵਿੱਚ। ਕਿਸੇ ਟਾਈਮ ਮੈਂ ਨਾ ਖਾ ਲੈਂਦਾ ਨਾ ਦੂਸਰੀ ਰੋਟੀ ਖਾ ਲੈਂਦਾ ਜਿਸ ਤਰ੍ਹਾਂ ਮਤਲਬ ਆਟੇ ਦੀ। ਠੀਕ ਹੈ। ਜਿਹੜਾ ਮਲਟੀਪਲਸ ਆਟਾ ਤੁਸੀਂ ਦੱਸਿਆ ਸੀਗਾ, ਮਲਟੀਗ੍ਰੇਨ ਆਟਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਹਾਂ, ਤੇ ਕਿਸੇ ਟਾਈਮ ਮੈਂ ਵਿੱਚ ਦੂਸਰੀ ਵੀ ਖਾ ਲੈਂਦਾ। ਤੁਸੀਂ ਕਿੰਨੀ ਤਰੀਕ ਤੋਂ ਦਵਾਈ ਸ਼ੁਰੂ ਕੀਤੀ ਹੈ ਜੀ ਤੁਸੀਂ? 4 ਤਰੀਕ ਤੋਂ। 4 ਤਰੀਕ ਤੋਂ ਦਵਾਈ, ਲਗਭਗ ਹੁਣ ਤੋਂ 20 25 ਦਿਨ। ਹਾਂਜੀ
ਹਾਂਜੀ ਹਾਂਜੀ। ਤੇ 20-25 ਦਿਨਾਂ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ? ਨਹੀਂ, ਸ਼ੂਗਰ ਤਾਂ ਮੇਰੀ ਘਟੀ ਹੈ। ਮਤਲਬ ਵੀ ਜਿਸ ਤਰ੍ਹਾਂ ਮੈਂ ਚੈੱਕ ਕਰਦਾ ਨਾ, ਫਾਸਟ ਵਾਲੀ ਸ਼ੂਗਰ ਚੈੱਕ ਕਰਦਾ ਘਰੇ ਹਾਂਜੀ ਮਸ਼ੀਨ ਰੱਖੀ। ਹਾਂਜੀ। ਉਸ ਤੋਂ ਜਿੱਦਾਂ ਮੰਨ ਲਓ ਮੇਰੀ ਸ਼ੂਗਰ ਖਾਲੀ ਪੇਟ ਵੀ ਕਿਸੇ ਦਾ ਹਾਂ। 200 ਦੇ ਕਰੀਬ ਜਾਂ ਉਸ ਤੋਂ ਥੋੜੀ ਜਿਹੀ ਘਟਦੀ ਸੀਗੀ। ਤੇ ਅੱਛਾ ਜੀ। ਹੁਣ ਜਿੱਦਾਂ ਦੀ ਉਹ ਦਵਾਈ ਖਾਣਾ ਹਾਂ, ਉਹਦੇ ਹਾਂ। ਨਾਲ ਮੇਰੀ ਸ਼ੂਗਰ ਜਿਹੜੀ ਹੈ 130 ਤੇ 130 ਤੇ 120 ਦੇ ਵਿੱਚ ਏਦਾਂ ਕਰ ਆ ਗਈ ਹੈ। ਕਿੱਦਾਂ ਆ ਗਈ? ਠੀਕ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸ਼ੂਗਰ ਦੀ ਦਵਾਈ ਲਈ ਸੀ ਜੀ ਆਪਣੇ ਵਾਸਤੇ? ਹਾਂਜੀ ਹਾਂਜੀ ਹਾਂਜੀ। ਤੁਹਾਡੀ ਪਹਿਲਾਂ ਸ਼ੂਗਰ ਕਿੰਨੀ ਰਹਿੰਦੀ ਸੀਗੀ ਜੀ ਜਦੋਂ ਤੁਸੀਂ ਦਵਾਈ ਅਜੇ ਸ਼ੁਰੂ ਕਰਨੀ ਸੀ, ਜਦੋਂ ਸਾਡੀ ਅਜੇ? ਹਾਂਜੀ, ਉਦੋਂ ਕਹਿੰਦੀ ਸੀ ਮੈਨੂੰ 200 ਤੋਂ ਉੱਪਰ ਹੋ ਜਾਂਦੀ ਸੀ, ਕਈ ਵਾਰ 200 ਵੀ। ਅੱਛਾ ਜੀ। ਤੇ ਜਦੋਂ ਹਾਂਜੀ। ਸਾਡੀ ਤੁਸੀਂ ਦਵਾਈ ਯੂਜ਼ ਕੀਤੀ ਹੈ ਹੁਣ, ਤੇ ਹੁਣ ਤੁਹਾਡੀ ਕਿੰਨੀ ਸ਼ੂਗਰ ਚਲੇ ਗਈ ਹੈ ਜੀ? ਹੁਣ 148 ਤੱਕ ਚਲੇਗੀ। 148 ਤੱਕ। ਹੋਰ ਤੁਹਾਨੂੰ ਕੋਈ ਫਾਇਦਾ ਹੋਇਆ ਹੋਵੇ ਸਰੀਰ ਦੇ ਵਿੱਚ? ਹੋਰ ਅੱਗੇ ਮੇਰੇ ਹੱਥ ਪੈਰ ਨਾ ਸੌ ਜਾਂਦੇ ਸੀਗੇ, ਹੁਣ ਉਹ ਨਹੀਂ, ਵੀ ਘੱਟ ਵੱਧਦੀ ਹੈ, ਕਿਸੇ ਟਾਈਮ ਨਹੀਂ ਸੌਂਦੇ ਆ, ਬਾਕੀ ਠੀਕ ਹੋ ਵੈਸੇ। ਅੱਗੇ ਨਾਲੋਂ ਬਹੁਤ ਘੱਟ ਹੋ ਗਏ ਯਾਨੀ ਕਿ? ਹਾਂਜੀ ਹਾਂਜੀ। ਹੁਣ ਤਾਂ ਡਾਕਟਰ ਸਾਹਿਬ ਮੰਨ ਕੇ ਚਲੋ ਤੁਸੀਂ ਬਈ 200 ਦੀ ਐਕਟੀਵਿਟੀ ਰਹਿਣਾ ਜੀ, ਰੋਟੀ ਦਿਖਾ ਕੇ ਜਦੋਂ ਚੈੱਕ ਕਰਾਉਂਦੇ। ਪਹਿਲਾਂ ਕਿੰਨਾ ਸੀਗਾ ਜੀ? ਪਹਿਲਾਂ ਡਾਕਟਰ ਸਾਹਿਬ ਜੋ ਮੈਂ ਤੁਹਾਨੂੰ ਦੱਸਿਆ ਸੀ, ਮਤਲਬ ਪਹਿਲਾਂ ਤਾਂ ਇਹਨਾਂ ਦਾ ਹੁੰਦਾ ਸੀਗਾ 200-250, ਫਿਰ ਜਦੋਂ ਮਤਲਬ ਬੱਚੇਦਾਨੀ ਦਾ ਪੇਟ ਕਰਵਾਉਣ 500 ਦੇ ਵੱਗ ਸੀਗਾ ਜੀ। 500 ਤੋਂ ਚਲੋ ਜੀ ਹੁਣ ਕੰਟਰੋਲ ਹੁੰਦਾ ਯਾਨੀ ਕਿ 200 ਤੇ ਰਹਿਣ ਲੱਗ ਗਏ। ਉਹ ਡਾਕਟਰ ਜਿਹੜਾ ਚੈੱਕ ਕਰਦਾ ਉਹ ਵੀ ਕਹਿੰਦਾ ਵੀ ਖਾ ਪੀ ਕੇ 200 ਤੋਂ ਜ਼ਿਆਦਾ ਨਹੀਂ ਹੈਗਾ ਜੀ। ਖਾ ਪੀ ਕੇ, ਪਰ ਫਿਰ ਵੀ ਆਪਾਂ ਧਿਆਨ ਥੋੜਾ ਜਿਹਾ ਰੱਖਣਾ ਖਾਣੇ ਪੀਣੇ ਦਾ। ਚਲੋ ਵੀ ਹਾਂਜੀ ਹਾਂ, ਥੋੜਾ ਜਿਹਾ ਵੱਧ ਲੈ ਕੇ ਆ ਰਿਹਾ, ਫਿਰ ਵੀ ਮੰਨ ਕੇ ਚੱਲੋ ਇਹਦਾ ਲੈਵਲ ਹੈ ਜਿਹੜਾ 180 ਤੋਂ ਆਪਾਂ ਥੱਲੇ ਲੈ ਕੇ ਆਉਣਾ। ਖਾਣ ਪੀਣ ਦਾ ਪੂਰਾ ਪ੍ਰੋਪਰ ਧਿਆਨ ਰੱਖੋ ਜੀ। ਠੀਕ ਹੈ? ਠੀਕ ਹੈ ਜੀ, ਠੀਕ ਹੈ। ਹਾਂ। ਮਤਲਬ ਹੁਣ ਕਹਿੰਦੇ ਸੀ ਇਹ ਵੀ ਮਤਲਬ ਪੈਰਾਂ ਦੇ ਵਿੱਚ ਸੇਕ ਜਿਹਾ ਨਿਕਲਦਾ ਇੱਕ ਦਾ, ਉਹ ਬਿਲਕੁਲ ਹਟਿਆ ਹੋਇਆ। ਠੀਕ ਹੈ ਜੀ। ਇੱਕ ਜਿਹੜਾ ਸਰੀਰ ਹਰ ਟਾਈਮ ਟੁੱਟੂ ਜੇ ਕਰੀ ਜਾਂਦਾ ਸੀਗਾ, ਥਕਾਵਟ ਜੀ, ਉਹ ਬਿਲਕੁਲ ਠੀਕ ਹੈ ਜੀ, ਓਕੇ ਆ। ਚਲੋ ਬਹੁਤ ਵਧੀਆ ਜੀ। ਠੀਕ ਹੈ। ਹਾਂਜੀ ਹਾਂਜੀ, ਮੈਂ ਕਿਹਾ ਅੱਜ ਚੈੱਕ ਕਰਾਈ ਸੀ ਸ਼ੂਗਰ, ਤੇ ਰਾਤ ਵੀ ਨਹੀਂ ਮੈਡੀਸਨ ਲਈ ਸੀ, ਗੋਲੀ ਨਹੀਂ ਲਈ ਸੀ 200-500 ਵਾਲੀ। ਓਕੇ। ਸੁਬਾਹ ਵੀ ਨਹੀਂ ਲਈ ਸੀ। ਠੀਕ ਹੈ। ਤੇ ਮਤਲਬ ਕੀ ਮੀਨਸ ਕੀ ਹੈ ਕਿ 185 ਆਈ ਹੈ ਜੀ। 185 ਖਾਣਾ ਖਾ ਕੇ ਜਾਂ ਖਾਲੀ ਪੇਟ? ਖਾਣਾ ਖਾ ਕੇ ਜੀ, ਮੈਂ ਯਾਨੀ ਕਿ ਖਾਣਾ ਮੈਂ 9:15 ਵਜੇ ਖਾਧਾ ਸੀ, ਤੇ 12:15 ਦੇ ਆਸ-ਪਾਸ ਚੈੱਕ ਕਰਾਈ ਸੀ। ਓਕੇ। ਤੇ ਪਹਿਲਾਂ ਤੁਹਾਡੀ ਕਿੰਨੀ ਆ ਰਹੀ ਸੀ ਦਵਾਈ ਖਾਣ ਤੋਂ ਪਹਿਲਾਂ? ਦਵਾਈ ਖਾਣ ਤੋਂ ਪਹਿਲਾਂ ਜਿਹੜੀ ਸੀ, ਉਦੋਂ ਜਿੱਤੇ ਦਵਾਈ ਲਈ ਆ ਉੱਤੇ ਤਾਂ 395-95 ਦੇ ਨੇੜੇ ਸੀ। ਹਾਂ, ਆਪਾਂ ਜਿਹੜੀ ਦਵਾਈ ਖਾਧੀ ਹੈਗੀ ਆ, ਉਹ ਅੱਜ 22 ਦਿਨ ਹੋ ਗਏ, 20 ਤੋਂ 22 ਦਿਨ ਹੋ ਗਏ। ਅੱਛਾ, 20 ਤੋਂ 22 ਦਿਨ ਹੋ ਗਏ ਤੁਹਾਨੂੰ ਦਵਾਈ? ਹਾਂ, ਜਿਹੜੀ ਤੁਹਾਡੇ ਤੋਂ ਮੈਡੀਸਨ ਲਈ ਆ। ਅੱਛਾ। ਤੇ ਜਦੋਂ ਤੁਸੀਂ ਮੈਡੀਸਨ ਸ਼ੁਰੂ ਕੀਤੀ ਸੀਗੀ ਉਦੋਂ ਲਗਭਗ ਤੁਹਾਡੀ 300-350 395 400 ਹੀ ਮੰਨ ਕੇ ਚੱਲੋ, 396 ਇਸ ਤਰ੍ਹਾਂ 400 ਹੀ ਆਈ ਸੀ ਲਗਭਗ। 400 ਆਈ ਸੀ। ਠੀਕ ਹੈ ਜੀ। ਓਕੇ। ਤੇ ਹੁਣ ਤੁਹਾਡੀ ਜਿਹੜੀ ਹਫਤਾ ਪਹਿਲਾਂ ਚੈੱਕ ਕਰਾਈ ਸੀ ਉਦੋਂ 205 ਆਈ ਸੀ। ਬਾਕੀ ਜਿਹੜਾ ਤੁਹਾਡਾ ਪੱਟ ਦਰਦ ਕਰਦੇ ਸੀ, ਲੱਤਾਂ ਵੀ ਕਰਦੇ ਸੀ। ਹੁਣ ਜਿੱਦਾਂ ਦੀ ਮੈਨੂੰ ਪਤਾ ਲੱਗ ਜਾਂਦਾ ਵੀ ਸ਼ੂਗਰ ਮੇਰੀ ਨੋਰਮਲ ਰਹਿਣ ਲੱਗ ਪਈ ਆ, ਜਿਹੜੀ ਪੱਟਾਂ ਦਾ ਦਰਦ ਹੈ ਨਾ, ਇਹਦੇ ਵਿੱਚ ਐਵੇਂ ਰੀਲਾਂ ਹੀ ਚੱਲਦੀਆਂ, ਜਿਵੇਂ ਐਵੇਂ ਹਲਕੀਆਂ ਜਿਵੇਂ ਮਤਲਬ ਪੰਜਾਬੀ ਚ ਆਪਾਂ ਵਾਹ ਟਾਈਪ ਦੀਆਂ ਕਹਿ ਦਿੰਦੇ, ਰੀਲਾਂ ਚੱਲਦੀਆਂ, ਉਹ ਬੰਦ ਹੋ ਗਈਆਂ। ਸਵੇਰੇ ਉੱਠਣ ਲੱਗਿਆ ਬੜੀਆਂ ਲੱਤਾਂ ਦਰਦ ਕਰਦੀਆਂ ਸੀ, ਉਹ ਸਹੀ ਹੈ। ਹੁਣ ਪਿੰਜਣੀਆਂ ਦੀਆਂ ਜਿਵੇਂ ਲੱਤਾਂ ਜਿਵੇਂ ਕੋਈ ਘੁੱਟਦਾ ਤਾਂ ਐਵੇਂ ਬੜਾ ਆਰਾਮ ਜਿਹਾ ਮਹਿਸੂਸ ਹੁੰਦਾ ਹੈ, ਉਹਦੇ ਤੇ ਥੋੜੀ ਜਿਹੀ ਮਹਿਸੂਸ ਹੁੰਦੀ ਹੈ। ਪੂਰਾ ਮੈਂ ਤੁਹਾਨੂੰ ਦੱਸਿਆ ਨਾ ਵੀ 20-22 ਦਿਨ ਹੋ ਗਏ ਮੈਂ ਉਹਦੇ ਕੰਨਿਓ ਪੂਰਾ ਪਰਹੇਜ਼ ਕਰਕੇ ਹੀ ਚੱਲਿਆ ਸੀ। ਸ਼ੂਗਰ ਦੇ ਜੋ ਰੋਗੀ ਹਨ ਉਹਨਾਂ ਦਾ ਇੱਕ ਹੋਰ ਵੀ ਸਵਾਲ ਆਮ ਤੌਰ ਦੇ ਉੱਤੇ ਹੀ ਸਾਨੂੰ ਮਿਲਦਾ ਹੈ ਕਿ ਜੋ ਤੁਹਾਡੀ ਜੋ ਆਯੁਰਵੈਦਿਕ ਦਵਾਈ ਹੈ ਕਿ ਉਹ ਸਾਰੀ ਉਮਰ ਖਾਣੀ ਪਵੇਗੀ। ਸੋ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਲਗਭਗ 3 ਮਹੀਨੇ ਦੀ ਆਯੁਰਵੈਦਿਕ ਦਵਾਈ ਦਾ ਕੋਰਸ ਹੈ, ਨਾਲ ਦੀ ਨਾਲ ਜੋ ਲਾਈਫਸਟਾਈਲ ਮੋਡੀਫਿਕੇਸ਼ਨ ਹੈ, ਖਾਣੇ ਦੇ ਵਿੱਚ ਜੋ ਚੇਂਜਸ ਅਸੀਂ ਉਹ ਦੇਵਾਂਗੇ, ਇਸ ਤੋਂ ਬਾਅਦ ਤੁਹਾਨੂੰ ਦਵਾਈ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਸੋ ਦੋਸਤੋ, ਮੈਂ ਜਲਦ ਹਾਜ਼ਰ ਹੋਵਾਂਗਾ ਇੱਕ ਨਵੀਂ ਜਾਣਕਾਰੀ ਲੈ ਕੇ। ਤਦ ਤੱਕ ਲਈ ਧੰਨਵਾਦ।